खुशामदीद के नाम ਤੁਹਾਨੂੰ एक दफ़ा फिर ਤੁਹਾਡੇ ਆਪਣੇ प्रोग्राम बेदारी ਵਿੱਚ ਮੇਰੀਆਂ ਭੈਣੋ ਤੇ ਭਰਾਵੋ एक गल बड़ी सच्ची जे कि खुदावंद यसु मसीह सानू सिखांदा है, खुदा बाप सानू सिखांदा है। ਜਿਹੜਾ ਪਿਓ ਹੁੰਦਾ ਨਾ ਉਹਦੇ ਹੱਥ ਵਿੱਚ ਹਮੇਸ਼ਾ ਲਾਠੀ ਰਹਿੰਦੀ ਹੈ। ਜੇ ਤੁਸੀਂ ਆਪਣੀ ਮਾਂ ਨੂੰ ਵੇਂਦੇ ਹੋ ਨਾ ਤੇ ਤੁਹਾਨੂੰ ਲੱਗਦਾ ਹੈ ਕਿ ਮਾਂ ਬਚਾ ਲੇਗੀ ਤੇ ਮਾਂ ਇੰਜ ਕਰ ਲੇਗੀ ਤੇ ਮਾਂ ਪਿਆਰ ਕਰ ਲੇਗੀ ਤੇ ਮਾਂ ਕੋਈ ਲੱਡੂ ਛੱਡੂ ਖਵਾ ਛੋੜੇਗੀ। ਲੇਕਿਨ ਪਿਓ ਦੀ ਤਸਵੀਰ ਜਦੋਂ ਅਸੀਂ ਤਸੱਵੁਰ ਕਰਦੇ ਹਾਂ ਤਾਂ ਕਈ ਦਫਾ ਪਿਓ ਦੇ ਹੱਥ ਵਿੱਚ ਇੱਕ ਲਾਠੀ ਜ਼ਰੂਰ ਨਜ਼ਰ ਆਉਂਦੀ ਜਾਂ ਫਿਰ ਇੱਕ ਸਟਿਕ ਜ਼ਰੂਰ ਨਜ਼ਰ ਆਉਂਦੀ ਹੈ ਜਿਹੜੇ ਅਸੀਂ ਸਾਡੇ ਲਈ ਬੜੀ ਮੁਸ਼ਕਿਲ ਹੁੰਦੀ। ਮੈਂ ਆਪਣੀ ਗੱਲ ਕਰਨਾ ਵਾਂ ਕਿ ਮੈਂ ਆਪਣੇ ਵਾਲਿਦ ਸਾਹਿਬ ਦੇ ਕੋਲੋਂ ਔਰ ਵਾਲਦਾ ਦੇ ਕੋਲੋਂ ਬਹੁਤ ਕੁਝ ਖੁਦਾਵੰਦ ਦੀ ਰਾਹ 'ਚ ਸਿੱਖਿਆ ਔਰ ਉਹਦਾ ਇੱਕ ਵੱਡਾ ਸਬਬ ਇਹ ਰਿਹਾ ਕਿ ਜਦੋਂ ਮੈਂ ਕੋਈ ਗਲਤੀ ਕੀਤੀ ਤੇ ਮੇਰੇ ਪਿਓ ਨੇ ਉਹ ਛੜੀ ਮੇਰੇ ਤੇ ਚਲਾਈ। ਉਹ ਛੜੀ ਸ਼ਾਇਦ ਜ਼ੁਬਾਨ ਦੀ ਹੋ ਸਕਦੀ ਹੈ, ਸਿਖਾਉਣ ਦੀ ਹੋ ਸਕਦੀ ਹੈ, ਤਰਬੀਅਤ ਦੀ ਹੋ ਸਕਦੀ ਹੈ ਔਰ ਕਿਸੇ ਵੀ ਤਰ੍ਹਾਂ ਦੀ। ਲੇਕਿਨ ਅਸਾਂ ਨੇ ਸਿੱਖਿਆ, ਵਕਤ ਗੁਜ਼ਾਰਿਆ ਔਰ ਫਿਰ ਉਸਤਾਦਾਂ ਦੀ ਸਰਪ੍ਰਸਤੀ ਦੇ ਅੰਦਰ ਔਰ ਇਹ ਸਾਰੀਆਂ ਗੱਲਾਂ ਤੇ ਕਲਾਮ ਨੂੰ ਪੜ੍ਹ ਕੇ ਉਸਤਾਦਾਂ ਦੀ ਸਰਬਰਾਹੀ, ਮਾਂ ਪਿਓ ਦੀ ਪਰਵਰਿਸ਼ ਦੇ ਨਾਲ ਅਸੀਂ ਇਹ ਗੱਲ ਤਜਰਬੇ ਨਾਲ ਸਿੱਖੀ ਹੈ ਕਿ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਬਿਆਬਾਨ ਨੂੰ ਜਦੋਂ ਖੁਦਾ ਸਾਨੂੰ ਸਿਖਾਉਂਦਾ ਹੋਏ, ਮੁਸ਼ਕਿਲਾਤ ਹੋਣ, ਤਕਲੀਫਾਂ ਹੋਣ, ਕਈ ਲੋਕਾਂ ਲਈ ਇਹ ਬੜਾ ਮੁਸ਼ਕਿਲ ਹੈ, ਲੇਕਿਨ ਖੁਦਾਵੰਦ ਸਾਨੂੰ ਸਿਖਾਉਂਦਾ ਹੋਏ ਤੇ ਅਸੀਂ ਉਹਦੇ ਅੰਦਰ ਰਹੀਏ ਔਰ ਖੁਦਾਵੰਦ ਨੂੰ ਵਕਤ ਦਈਏ, ਪੂਰਾ ਵਕਤ ਦਈਏ ਕਿ ਉਹ ਸਾਡੇ ਨਾਲ ਉਹ ਸਭ ਕੁਝ ਕਰ ਲੈ ਜੋ ਕੁਝ ਉਹ ਕਰਨਾ ਚਾਹੁੰਦਾ ਹੈ। ਆਈਏ ਭਾਈ ਸਾਹਿਬ ਵੱਲ ਵਾਪਸ ਚੱਲਦੇ ਹਾਂ। ਖੁਦਾਵੰਦ ਦੇ ਪਿਆਰੇ ਜ਼ਬਰਦਸਤ ਖਾਦਮ ਨੇ ਤੇ ਸਾਡੇ ਬਜ਼ੁਰਗ ਨੇ, ਉਹਨਾਂ ਦੇ ਕੋਲੋਂ ਗੱਲਾਂ ਬੜੀਆਂ ਸੁਣੀਆਂ ਨੇ ਤੇ ਹੁਣ ਫਿਰ ਸੁਣਨੇ ਆ। ਚਲੋ ਆਓ ਚਲੀਏ ਭਾਈ ਸਾਹਿਬ, ਤੁਹਾਡੇ ਵੱਲ ਆਏ ਆ ਤੇ ਕੋਈ ਗੱਲ ਸੁਣਾਓ ਹੋਰ ਇਸ ਬਿਆਬਾਨ ਦੇ ਬਾਰੇ 'ਚ ਕਿ ਅਸੀਂ ਆਫ ਦਾ ਸਕਰੀਨ ਗੱਲ ਕਰ ਰਹੇ ਸਾਂ ਕਿ ਖੁਦਾਵੰਦ ਸਾਨੂੰ ਬਣਾਉਂਦਾ ਹੈ ਔਰ ਸਾਨੂੰ ਚਾਹੀਦਾ ਕਿ ਸਬਰ ਔਰ ਤਹਮੁਲ ਦੇ ਨਾਲ ਖੁਦਾਵੰਦ ਨੂੰ ਉਹਦਾ ਕੰਮ ਕਰਨ ਦਈਏ। ਕਈ ਦਫਾ ਜਦੋਂ ਤੁਸੀਂ ਜਿਵੇਂ ਬ੍ਰੇਕ ਤੋਂ ਪਹਿਲਾਂ ਕਿਹਾ ਕਿ ਸ਼ਾਰਟਕਟ ਬੜਾ ਸਾਨੂੰ ਲੈਣ ਦਾ ਚਾਅ ਚੜ੍ਹ ਜਾਂਦਾ ਹੈ ਕਿ ਜ਼ਰਾ ਸ਼ਾਰਟਕਟ ਲੈ ਕੇ ਮੈਂ ਫਟਾਫਟ ਜਿਹੜਾ ਨਾ ਮੈਂ ਟੀਵੀ ਵੀ ਬਣਾ ਲਵਾਂ ਤੇ ਮੈਂ ਜਨਾਬ ਚਰਚ ਵੀ ਬਣਾ ਲਵਾਂ ਤੇ ਮੈਂ ਮਿਸ਼ਨਸ 'ਤੇ ਵੀ ਕੰਮ ਕਰਾਂ ਤੇ ਮੈਂ ਦੁਨੀਆ ਭਰ ਦੇ ਦੌਰੇ ਵੀ ਕਰਾਂ ਔਰ ਮੈਂ ਸਾਰਾ ਕੁਝ ਹੀ ਕਰ ਲਵਾਂ, ਮਤਲਬ ਮੈਂ ਹੀ ਕਰਨਾ ਹੈ, ਬਾਕੀ ਤੇ ਤੁਸੀਂ ਘਰ ਕੁੰਡੀ ਮਾਰੋ ਤੇ ਸੁੱਤੇ ਹੀ ਰਹੋ। ਲੇਕਿਨ ਇੱਕ ਗੱਲ ਹੈ ਕਿ ਬਹੁਤ ਕੁਝ ਬਹੁਤ ਜਲਦੀ ਅਸੀਂ ਕਰਨਾ ਚਾਹੁੰਦੇ ਹਾਂ। ਲੇਕਿਨ ਤੁਸੀਂ ਮੈਨੂੰ ਇੱਕ ਗੱਲ ਕਹਿ ਰਹੇ ਸੋ ਕਿ ਸਬਰ ਦੇ ਨਾਲ ਖੁਦਾਵੰਦ ਨੂੰ ਕੰਮ ਕਰਨ ਦਾ ਜ਼ਰਾ ਉਸ ਗੱਲ ਦੇ ਉੱਤੇ ਰੋਸ਼ਨੀ ਪਾਓ। ਤੇ ਬ੍ਰਦਰ ਇਹ ਵੀ ਗੱਲ ਕਿ ਮੈਂ ਨਾ ਛੋਟੀਆਂ ਗੱਲਾਂ ਨੇ ਜਿਹੜੀਆਂ ਮੈਂ ਨਾ ਇਹ ਸੱਚੀਆਂ ਗੱਲਾਂ ਨੇ, ਕਿਉਂਕਿ ਮੇਰੇ ਨਾ ਲੋਕਾਂ ਨਾਲ ਟਾਈਮ ਗੁਜ਼ਰਦਾ ਹੈ ਤੇ ਫਿਰ ਮੈਂ ਨਾ ਉਹਨਾਂ ਕੋਲੋਂ ਦਿਲ ਦੀਆਂ ਸੁਣਨਾ। ਮੈਂ ਕਦੇ ਵਿਜ਼ਟ ਦੇ ਦੌਰਾਨ ਨਾ ਕਾਲਾ ਨਹੀਂ ਪੈਂਦਾ, ਬਿਲਕੁਲ ਨਹੀਂ, ਕਿਉਂਕਿ ਮੇਰੇ ਨਾਲ ਬਹੁਤ ਗੱਲਾਂ ਜਿਹੜੀਆਂ ਲੋਕਾਂ ਨੇ ਕਿਸੇ ਨੇ ਨਹੀਂ ਕਰਨੀਆਂ ਉਹ ਪਾਦਰੀ ਸੈਮਲ ਖੋਖਰ ਨਾ ਕਰਨੀਆਂ। ਉਹ ਕਹਿੰਦੇ ਨੇ ਜੀ ਬਸ। ਅੱਛਾ, ਇੱਕ ਹੋਰ ਮੇਰੀ ਗੱਲ ਹੈ ਕਿ ਮੈਂ ਨਾ ਵਿਜ਼ਟ ਵਾਸਤੇ ਕਿਸੇ ਨੂੰ ਮੈਂ ਨਾਲ ਨਹੀਂ ਖੜਦਾ, ਮੇਰੇ ਨਾਲ ਸਿਰਫ ਮੇਰੀ ਵਾਈਫ ਹੁੰਦੀ ਹੈ। ਉਹਦਾ ਫਾਇਦਾ ਹੁੰਦਾ ਕਿ ਉਹਨੇ ਸੁਣਨਾ ਤੇ ਉਹਨੇ ਯਾਦ ਨਹੀਂ ਰੱਖਣਾ। ਹਾਂ, ਉਹਨੇ ਨਹੀਂ ਇੰਨਾ ਮਤਲਬ ਨਾ ਲੋਕਾਂ ਦੇ ਨਾਂ ਯਾਦ ਰੱਖਣੇ ਨੇ, ਨਾ ਕੋਈ ਹੈ ਹੀ ਨਹੀਂ। ਉਹ ਨਾਲ ਸਮਝੋ ਐਸਾ ਬੰਦਾ ਹੈ ਕਿ ਜਿਹਨੂੰ ਕੋਈ ਨਹੀਂ ਤੇ ਹੁੰਦਾ ਨਾ ਇੱਥੋਂ ਸੁਣੀ ਉੱਥੇ, ਉੱਥੋਂ ਸੁਣੀ ਉੱਥੇ, ਉੱਥੋਂ ਸੁਣੀ। ਇਹ ਵੀ ਚੱਲ ਰਿਹਾ ਅੱਜ ਕੱਲ੍ਹ। ਉਹ ਗੱਲ ਇੱਧਰ ਉੱਧਰ ਨਾ ਪਹੁੰਚਾਉਂਦੇ ਰਹਿੰਦੇ ਨੇ ਤੇ ਫਿਰ ਉਹ ਦੱਸਦੇ ਰਹਿੰਦੇ ਨੇ ਕਿ ਬਈ ਸ਼ਾਇਦ ਲੋਕਾਂ ਨੂੰ ਜ਼ਾਹਿਰ ਕਰਨਾ ਚਾਹੁੰਦੇ ਕਿ ਮੇਰੇ ਕੋਲ ਬੜਾ ਨੌਲੇਜ ਬਹੁਤ ਹੈ, ਮੇਰੇ ਕੋਲ ਫਲਾਣੇ ਦੇ ਘਰ ਦੀਆਂ ਗੱਲਾਂ ਵੀ ਨੇ, ਫਲਾਣੇ ਦੇ ਘਰ ਦੀਆਂ ਗੱਲਾਂ ਵੀ ਨੇ। ਲੇਕਿਨ ਇਮਾਨਦਾਰ ਸ਼ਖਸ ਜਿਹੜਾ ਪਾਸਬੰਦ ਨਹੀਂ ਕਰ ਰਿਹਾ ਹੈ ਜਾਂ ਖਿਦਮਤ ਕਰ ਰਿਹਾ ਹੈ ਜਾਂ ਉਹਦਾ ਲੋਕਾਂ ਦੇ ਨਾਲ ਮਿਲਤ ਗਿਲ ਤੇ ਉਹਨੂੰ ਬੜਾ ਹੀ ਮੁਤਾਤ ਰਹਿਣਾ। ਇੱਕ ਦਿਨ ਦੀ ਗੱਲ ਜੇ ਥੋੜ੍ਹੀ ਹੱਸਣ ਵਾਲੀ ਗੱਲ ਇਹ ਵੇ, ਉਹਨਾਂ ਨੇ ਰੋਟੀ ਖਵਾਈ ਤੇ ਮੈਂ ਨਾ ਆਪਣੀ ਬਣਾਈ ਹੈ ਕਿ ਮੈਂ ਕਿੰਨੀ ਖਾਣੀ ਹੈ, ਤਾਂ ਮੈਂ ਰੋਟੀ ਆਪਣੀ ਖਾਲੀ, ਇੱਕ ਰੋਟੀ ਮੈਂ ਖਾਣਾ, ਇੱਕ ਰੋਟੀ ਮੈਂ ਖਾ ਕੇ ਤੇ ਉਹ ਕਹਿਣ ਲੱਗੇ ਰੋਟੀ ਤੁਸੀਂ ਰੱਜ ਕੇ ਨਹੀਂ ਖਾਧੀ, ਸਬਜ਼ੀ ਠੀਕ ਨਹੀਂ ਬਣੀ। ਸਬਜ਼ੀ ਤਾਂ ਬੜੀ ਵਧੀਆ ਬਣੀ ਸੀ ਤੇ ਤੁਸੀਂ ਕਿਉਂ ਨਹੀਂ ਖਾਧੀ ਰੋਟੀ? ਮੈਂ ਕਿਹਾ ਮੈਂ ਬਸ ਇੱਕ ਹੀ ਖਾਣਾ, ਇਸ ਤੋਂ ਬਾਅਦ ਮੈਂ ਪਾਣੀ ਪੀਣਾ। ਕਹਿਣ ਲੱਗੇ ਨਹੀਂ ਲੱਗਦੇ ਨਹੀਂ ਤੁਸੀਂ ਇੱਕ ਵਾਲੇ। ਇਹ ਮਤਲਬ ਯਾਨੀ ਕਮਾਲ ਇਹਦਾ ਸੱਚ ਜ਼ਿਕਰ ਕਰਨ ਦੇ ਬੇੜਾ ਥੋੜਾ ਬਾਹਰ ਹਾਂ ਜੀ, ਜੋ ਕਹਿੰਦੇ ਨੇ ਕਿ ਇੱਕ ਵਾਲਾ ਨਹੀਂ ਇਹ ਕੰਮ। ਮੈਂ ਕਿਹਾ ਇਹ ਕਾਹਦੇ ਨੇ ਇਹਨੂੰ ਭਰ ਦਿਓ? ਮੈਂ ਕਿ ਤੁਹਾਡੀਆਂ ਸੁਣ ਪਾਈਆਂ ਨੇ, ਯਾਨੀ ਜਿਹਦੀਆਂ ਸੁਣੀਆਂ ਉਹ ਸਮਝੋ ਸਾਡੇ ਕੋਲ ਪਾ ਲਈਆਂ ਨੇ, ਯਾਨੀ ਇਹ ਸਮਝੋ ਮਹਿਫੂਜ਼ ਹੋ ਗਈਆਂ ਨੇ। ਇੱਕ ਦਿਨ ਮੈਂ ਕਿਸੇ ਦੇ ਘਰ ਬੈਠਾ ਸਾਂ, ਨਾਸਰ ਕਲੋਨੀ, ਤੇ ਉਹਨਾਂ ਨੂੰ ਮੈਂ ਕਈ ਦਫਾ ਕਹਿਣਾ ਕਰਨਾ ਕਿ ਚਰਚ ਆਓ। ਉਹਨਾਂ ਕਹਿਣਾ ਭਾਈ ਸਾਹਿਬ ਮੈਂ ਕੰਮ ਕਰਨਾ, ਦੇਖੋ ਬੱਚੇ ਆਉਂਦੇ ਨੇ, ਮੈਂ ਨਹੀਂ ਆਉਂਦਾ,
ਕੰਮ ਕਰਨਾ ਮੈਂ ਕੰਮ ਹੀ ਵੇਖੋ ਇਬਾਦਤ ਹੈ ਅਗਰ ਕੰਮ ਹੀ ਬੰਦਾ ਨੀਅਤ ਨਾ ਕਰੇ ਤੇ ਇਬਾਦਤ ਬੱਚੇ ਪਾਲਣਾ ਪਿਆ ਹੁਣ ਇਹ ਤੇ ਨਹੀਂ ਵੇਖੋ ਖੁਦਾ ਨੇ ਉਤੋਂ ਥੋੜੀ ਮੁੱਗ ਕਰਨਾ ਹੈ ਤੇ ਉਹਨੇ ਉਤੋਂ ਸੁੱਟਣੇ ਨੇ ਮੈਂ ਜਾਣਾ ਹੈ ਕੁਝ ਕਰਨਾ ਹੈ ਤੇ ਤਾਂ ਕੰਮ ਬਣਨਾ ਹੈ ਓਏ ਹੋਏ ਹੋਏ। ਬੱਚੇ ਪਾਲਣੇ ਨੇ ਮੈਂ ਇਸ ਲਈ ਮੈਂ ਚਰਚ ਨਹੀਂ ਆਉਂਦਾ ਇਸ ਵਜ੍ਹਾ ਤੋਂ ਮੈਂ ਕਿਹਾ ਠੀਕ ਹੈ ਇਹ ਜਿਹੜਾ ਬਿਆਬਾਨ ਗੁਜ਼ਰਿਆ ਨਾ ਹੁਣ ਕਰੋਨੇ ਵਾਲਾ ਇਹਦੇ ਦੌਰਾਨ ਮੈਂ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਹੋਰ ਸਿਹਤ ਠੀਕ ਹੈ ਡਿਊਟੀ ਤੋਂ ਆਏ ਹੋ ਕਹਿੰਦੇ ਡਿਊਟੀ ਭਾਈ ਸਾਹਿਬ ਕਿੱਥੇ ਜੀ ਡਿਊਟੀ ਤਾਂ ਖਤਮ ਹੋ ਗਈ ਕਰੋਨੇ ਨੇ ਫੜ ਕੇ ਪੱਠਾ ਪਾਤਾ ਤੇ ਬੱਚੇ ਕਿਵੇਂ ਹੁਣ ਪੜਨਗੇ ਉਹ ਕੋਈ ਕੰਮ ਹੀ ਕੋ ਨਹੀਂ ਜੇ ਵਿਹਲੇ ਰਹੀਦਾ ਸੁੱਤੇ ਰਹੀਦਾ ਉੱਠ ਖਲੋਈਦਾ ਸੁੱਤੇ ਰਹੀਦਾ ਰੋਟੀ ਮੈਂ ਕਿਹਾ ਫਿਰ ਤੂੰ ਬੜਾ ਮੁਸ਼ਕਿਲ ਹੋ ਗਿਆ ਹੋਣਾ ਘਰ ਤੇ ਚਲਾਉਣਾ ਮੁਸ਼ਕਿਲ ਹੋ ਗਿਆ ਹੋਣਾ ਕਿਉਂਕਿ ਰੋਟੀ ਛੁੱਟੀ ਤਾਂ ਬੱਚੇ ਹੁਣ ਨਹੀਂ ਖਾਂਦੇ ਹੋਣੇ ਨਹੀਂ ਖਾਂਦੇ ਜੀ ਉਸ ਤਰ੍ਹਾਂ ਹੀ ਖਾਂਦੇ ਨੇ ਮੈਂ ਕਿਹਾ ਤੁਸੀਂ ਤੇ ਕੰਮ ਹੀ ਛੱਡ ਛੜਿਆ ਹੈ ਤੇ ਬੱਚੇ ਰੋਟੀ ਕਿੱਥੋਂ ਖਾ ਰਹੇ ਨੇ ਨਹੀਂ ਰੋਟੀ ਤੇ ਭਾਈ ਸਾਹਿਬ ਉਸ ਤਰ੍ਹਾਂ ਹੀ ਚੱਲ ਰਹੀ ਜੇ ਮੈਂ ਕਿਹਾ ਇਹ ਤਾਂ ਮਤਲਬ ਤੁਹਾਡੇ ਉਹ ਕੰਮ ਨਾ ਚੱਲਦੀ ਸੀ ਨਾ ਪਹਿਲਾਂ ਤਾਂ ਰੋਟੀ ਤੇ ਤੁਸੀਂ ਕੰਮ ਤੇ ਜਾਂਦੇ ਸੋ ਗਿਰਜੇ ਨਹੀਂ ਸੌਂਦੇ ਨਹੀਂ ਭਾਈ ਸਾਹਿਬ ਇਹ ਨਹੀਂ ਜੇ ਗੱਲ ਇਹ ਫਿਰ ਉਹ ਹੀ ਚਲਾਉਂਦਾ ਜੇ ਪਿਆ ਯਾਨੀ ਸਾਡੀ ਦੌੜ ਭੱਜ ਰੋਟੀ ਨਹੀਂ ਚਲਾ ਰਹੀ ਰੋਟੀ ਉਹ ਚਲਾ ਰਿਹਾ ਇਸ ਦੌਰਾਨੀ ਦੇ ਵਿੱਚ ਉਹਨੂੰ ਇਹ ਸਮਝ ਆ ਗਈ ਏ ਕਿ ਸਾਡਾ ਘਰ ਚਲਾਉਣ ਵਾਲਾ ਖੁਦਾ ਹੈ ਖੁਦਾ ਖੁਦ ਹੈ ਔਰ ਬਾਈਬਲ 'ਚ ਲਿਖਿਆ ਹੈ ਯਰਮੀਆ ਦੀ ਕਿਤਾਬ ਦੇ 33 ਬਾਬ ਦੀ ਦੂਸਰੀ ਅਧ 'ਚ ਲਿਖਿਆ ਹੈ ਕਿ ਖੁਦਾਵੰਦ ਪੂਰਾ ਕਰਦਾ ਹੈ ਵਾਹ ਬਣਾਉਂਦਾ ਵੀ ਖੁਦਾਵੰਦ ਹੀ ਹੈ ਤੇ ਕਾਇਮ ਵੀ ਖੁਦਾ ਹੀ ਕਰਦਾ ਹੈ ਅਗਰ ਅਸੀਂ ਇਹ ਸਮਝ ਲਈਏ ਕਿ ਅਸੀਂ ਬਣਾ ਰਹੇ ਹਾਂ ਅਸੀਂ ਪੂਰਾ ਕਰ ਰਹੇ ਹਾਂ ਅਸੀਂ ਚਲਾ ਰਹੇ ਹਾਂ ਤੇ ਤੁਸੀਂ ਕਦੀ ਟਰਾਈ ਕਰਕੇ ਦੇਖੋ ਕਿ ਤੁਸੀਂ ਸੈਲਰੀ ਵਾਲੇ ਦਿਨ ਆਪਣੀ ਲਿਸਟ ਬਣਾ ਲਓ ਪੈਸੇ ਜਿਹੜੇ ਆਏ ਨੇ ਲਿਖ ਲਵੋ ਤੇ ਫਿਰ ਮਹੀਨਾ ਜਿਹੜਾ ਖਰਚਾ ਕਰਦੇ ਹੋ ਉਹ ਵੀ ਲਿਖ ਲਵੋ ਮਹੀਨੇ ਦੇ ਅਖੀਰ ਤੇ ਵੇਖਣਾ ਕਿ ਤੁਹਾਡਾ ਖਰਚੇ ਵਾਲੀ ਲਾਈਨ ਜਿਹੜੀ ਹੈ ਨਾ ਉਹ ਵਾਵਾ ਦੂਰ ਤੱਕ ਪਹੁੰਚ ਗਈ ਹੈ ਤੂੰ ਕਿੰਨੇ ਚਲਾਇਆ ਹੈ ਖੁਦਾ ਚਲਾਉਂਦਾ ਹੈ ਲੇਕਿਨ ਇਸ ਬਿਆਬਾਨ ਦੇ ਦੌਰਾਨ ਸਾਡਾ ਖੁਦਾ ਜਿਹੜਾ ਹੈ ਕਦੀ ਕਦੀ ਸਾਨੂੰ ਨਾ ਚੈੱਕ ਕਰ ਰਿਹਾ ਹੁੰਦਾ ਹੈ ਕਿ ਇਹ ਇਸ ਦੌਰਾਨ 'ਚ ਕੀ ਕਹਿੰਦੇ ਨੇ ਕਦੀ ਕਦੀ ਤੇ ਸਜ਼ਾ ਪਾਉਂਦੇ ਹਾਂ ਕਦੀ ਕਦੀ ਅਸੀਂ ਬਰਕਤ ਪਾਉਂਦੇ ਹਾਂ ਸਜ਼ਾ ਉਸ ਸੂਰਤ 'ਚ ਪਾਉਂਦੇ ਹਾਂ ਜਦੋਂ ਬਨੀ ਇਸਰਾਏਲ ਕੌਮ ਮਿਸਰ ਦੀ ਗੁਲਾਮੀ 'ਚੋਂ ਨਿਕਲ ਕੇ ਜਾ ਰਹੇ ਸਨ ਨਾ ਆਪਣੇ ਆਪਣੇ ਡੇਰਿਆਂ 'ਚ ਬੈਠ ਕੇ ਤੇ ਉਸ ਸਾਏ ਦਾ ਜਿਹੜਾ ਬੱਦਲ ਦਾ ਸਾਇਆ ਉਹਨਾਂ 'ਤੇ ਰਹਿੰਦਾ ਸੀ ਉਹਦੀ ਸ਼ੁਕਰਗੁਜ਼ਾਰੀ ਨਹੀਂ ਕਰ ਰਹੇ ਜਿਹੜਾ ਰਾਤ ਨੂੰ ਰੋਸ਼ਨੀ ਦਾ ਸਤੂਨ ਉਹਨਾਂ ਦੇ ਨਾਲ ਏ ਉਹਦੀ ਸ਼ੁਕਰਗੁਜ਼ਾਰੀ ਨਹੀਂ ਕਰਦੇ ਕੁਛ ਲਿਆਉਣਾ ਨਹੀਂ ਪੈਂਦਾ ਆਟਾ ਨਹੀਂ ਪਿਆਉਣਾ ਪੈਂਦਾ ਗੰਢੇ ਨਹੀਂ ਚੀਰਨੇ ਪੈਂਦੇ ਕੁਛ ਕਰਨਾ ਹੀ ਨਹੀਂ ਪੈਂਦਾ ਅਸਮਾਨੀ ਮਨ ਉਸ ਦੇ ਨਾਲ ਹੀ ਗਿਰਦਾ ਸੀ ਔਰ ਬਹੁਤ ਵਧੀਆ ਸੀ ਅਸਮਾਨੀ ਮਨ ਉਹ ਆਪਣੇ ਡੇਰਿਆਂ 'ਚ ਬੈਠ ਕੇ ਕਹਿੰਦੇ ਸਨ ਇਸ ਨਿਕੰਮੀ ਖੁਰਾਕ ਤੋਂ ਸਾਡਾ ਜੀ ਕਰਾਹੀਅਤ ਕਰਦਾ ਹੈ ਫਿਰ ਖੁਦਾ ਨੇ ਕਿਹਾ ਸੀ ਕਿ ਜਿਹੜਾ ਮਨ ਤੁਹਾਨੂੰ ਚਾਹੀਦਾ ਨਾ ਜਦੋਂ ਮਨ ਗਿਰੇ ਓਨਾ ਮਨ ਲੈ ਲਓ ਜਿੰਨਾ ਖਾਓ ਜਿੰਨਾ ਤੁਹਾਨੂੰ ਚਾਹੀਦਾ ਕੱਲ ਫਿਰ ਨਵਾਂ ਆ ਜਾਏਗਾ ਉਹ ਕੀ ਕਰਦੇ ਸਨ ਨਾਫਰਮਾਨੀ ਕਰਦੇ ਸਨ ਉਹ ਚੋਖਾ ਭਰ ਲੈਂਦੇ ਸਨ ਕਹਿੰਦੇ ਨੇ ਅੱਜ ਤੋਂ ਉਹਨੇ ਦਿੱਤਾ ਹੈ ਤੇ ਕੱਲ ਭਾਵੇਂ ਨਾ ਦੇਵੇ ਉਹ ਜ਼ਿਆਦਾ ਕਰਦੇ ਸਨ ਉਹ ਜਿਹੜਾ ਖਾਣਾ ਹਾਂਜੀ ਬੇਤਬਾਰੀ ਜਿਹੜਾ ਖਾਣਾ ਅਸੀਂ ਖਾ ਲੈਂਦੇ ਸਨ ਜਿਹੜਾ ਬਚਾਉਂਦੇ ਸਨ ਨਾ ਸੁਬਾਹ ਵਾਸਤੇ ਉਹਦੇ 'ਚ ਫੁੰਦੀ ਲੱਗ ਜਾਂਦੀ ਸੀ ਔਰ ਇਹ ਅੱਜ ਵੀ ਇਸ ਤਰ੍ਹਾਂ ਹੋ ਰਿਹਾ ਕਦੀ ਇਤਫਾਕ ਹੋਇਆ ਹੈ ਵਿਆਹ ਦੇ ਉੱਤੇ ਜਿਹੜਾ ਅੱਜ ਕੱਲ੍ਹ ਟੇਬਲ ਸਰਵਿਸ ਵੀ ਹੁੰਦੀ ਹੈ ਤੇ ਬੂਫਿਆਂ ਦੇ ਉੱਤੇ ਉਹ ਕੜਛੀ ਵਾਲਾ ਵੀ ਜਿਹੜੇ ਬੰਦੇ ਨੂੰ ਕੜਛੀ ਹੱਥ 'ਚ ਆ ਜਾਵੇ ਫਿਰ ਉਹਨੂੰ ਤੁਸੀਂ ਪਰਾਤ ਦੇ ਵਿੱਚੋਂ ਕੁਛ ਲੱਭਦਾ ਉਹ ਚੌਲਾਂ ਨੂੰ ਪਰਾਂ ਕਰ ਕਰਕੇ ਨਾ ਤੇ ਫਿਰ ਉਹ ਕੋ ਤਲਾਸ਼ ਕਰ ਰਿਹਾ ਹੁੰਦਾ ਕਿਸ ਚੀਜ਼ ਦੀ ਤਲਾਸ਼ ਹੁੰਦੀ ਉਹਨੂੰ ਫਿਰ ਉਹ ਕੜਛੀ ਦੇ ਨਾਲ ਲੱਭ ਕੇ ਉਹ ਛਾਵਾਂ ਜਿਹੜੀਆਂ ਉਹ ਪਸੰਦ ਨੇ ਉਹਨੂੰ ਫਿਰ ਉਹ ਪਲੇਟ ਦੇ ਵਿੱਚ ਇੰਜ ਕਰਕੇ ਢੇਰੀ ਬਣਾਉਂਦਾ ਹੈ ਪਹਾੜੀ ਜੀ ਬਣਾਉਂਦਾ ਹੈ ਫਿਰ ਦੂਜਿਆਂ ਨੂੰ ਦਿੰਦਾ ਹੈ ਕਿਆ ਉਹ ਜਿਹੜਾ ਸਾਰਾ ਕੁਝ ਪਾ ਰਿਹਾ ਹੁੰਦਾ ਪਲੇਟ 'ਚ ਕਿਆ ਉਹਨੇ ਸਾਰਾ ਖਾਣਾ ਹੁੰਦਾ ਉਹਨੇ ਬਚਾਉਣਾ ਹੁੰਦਾ ਵੇਸਟ ਕਰਨਾ ਹੁੰਦਾ ਕਿਆ ਹੀ ਬਿਹਤਰ ਹੈ ਜਦੋਂ ਪਰਾਤ ਜੂ ਪਈ ਹੈ ਕੜਛੀ ਤੁਹਾਡੇ ਹੱਥ 'ਚ ਆਈ ਉਹਨੇ ਪਾਓ ਜਿੰਨੇ ਖਾਣੇ ਨੇ ਇਹ ਗੱਲ ਨਵੀਂ ਨਹੀਂ ਇਹ ਤਾਂ ਖੁਦਾ ਨੇ ਬਨੀ ਇਸਰਾਏਲ ਨੂੰ ਕਿਹਾ ਸੀ ਕਿ ਮੈਂ ਮਨ ਬਰਸਾਵਾਂਗਾ ਤੁਸੀਂ ਜਿੰਨਾ ਚਾਹੀਦਾ ਉਹ ਨਾ ਲਿਓ ਜੇ ਅੱਜ ਵੀ ਖੁਦਾਵੰਦ ਸਾਨੂੰ ਇਹੀ ਸਿਖਾ ਰਿਹਾ ਨਾ ਲੇਕਿਨ ਲੋਕ ਇਹਦੇ ਦੌਰਾਨ ਖੁਦਾ ਕਦੀ ਕਦੀ ਸਾਨੂੰ ਚੈੱਕ ਕਰ ਰਿਹਾ ਹੁੰਦਾ ਹੈ ਬਾਈਬਲ 'ਚ ਇੱਕ ਹਵਾਲਾ ਮੈਂ ਪੜ੍ਹਾ ਪਲੀਜ਼ ਸਰ ਬਾਈਬਲ 'ਚ ਲਿਖਿਆ ਹੈ ਇਸਤਸਨਾ ਦੀ ਕਿਤਾਬ ਦੇ ਬਾਬ ਨੰਬਰ 8 'ਚ ਇਹ ਵੀ ਲਿਖਿਆ ਹੋਇਆ ਹੈ
आयत नंबर 2 च लिखा है, और तू उस सारे तरीक को याद रखना जिस पर इन 40 बरसों ने खुदावंद तेरे खुदा ने तुझको इस बियाबान में चलाया, ताकि वो तुझको आजिज़ करके आजमाए और तेरे दिल की बात दरियाफ्त करे कि तू उसके हुक्मों को मानेगा या नहीं। और उसने तुझको आजिज़ किया भी और तुझको भूखा होने दिया, और वो मान जिसे ना तू ना तेरे बाप दादा जानते थे तुझे खिलाया, ताकि तुझको सिखाए कि इंसान सिर्फ रोटी ही से जीता नहीं रहता, बल्कि हर बात से जो खुदावंद खुदा के मुंह से निकलती है वो जीता रहता है। इन 40 वर्षों में ना तो तेरे तन पर तेरे कपड़े पुराने हुए, ना तेरे पाँव सूजे, और तो अपने दिल में ख्याल रखना कि जिस तरह आदमी अपने बेटे को तंबीह करता है, वैसे ही खुदावंद तेरा खुदा तुझको तंबीह करता है। कदी कदी बियाबानी सफ़र ਦੇ ਵਿੱਚ खुदा ਚੈੱਕ ਕਰ ਰਿਹਾ ਹੁੰਦਾ ਹੈ ਕਿ ਇਹਦੇ ਅੰਦਰ ਕੀ ਹੈ, ਛੁਪਿਆ ਕੀ ਹੈ ਇਹਦੇ ਅੰਦਰ। ਉਹ ਫਿਰ ਜਿਹੜੀਆਂ ਗੱਲਾਂ ਹੁੰਦੀਆਂ ਨਾ ਉਹ ਅਸੀਂ ਬਾਹਰ ਕੱਢ ਉਹ ਫਿਰ ਨਿਕਲਦੀਆਂ ਨੇ। ਸ਼ਿਕਾਇਤਾਂ ਬੜਬੜਾਨੇ ਬਹੁਤ ਆ, ਸ਼ਿਕਾਇਤ ਕਰਨੇ ਆ, ਇਹ ਨਹੀਂ ਹੋਇਆ, ਇਹ ਨਹੀਂ ਕੀਤਾ ਖੁਦਾ ਨੇ, ਇਹ ਨਹੀਂ ਦਿੱਤਾ ਖੁਦਾ ਨੇ, ਇੰਜ ਹੋ ਜਾਂਦਾ। ਹੁਣ ਅਸੀਂ ਸ਼ਾਰਟ ਕਰਾਂਗੇ ਜੀ, ਹੁਣ ਅਸੀਂ ਜਨਾਬ ਕੁੰਡਾ ਪਾਵਾਂਗੇ, ਅਸੀਂ ਹੁਣ ਜਨਾਬ ਇਹ ਤਰੀਕੇ ਨਾਲ ਇਹ ਇਨਸਾਨ ਕਰ ਰਹੇ। ਸੱਚੀ ਗੱਲ। ਲੇਕਿਨ ਬਿਹਤਰ ਕੀ ਹੈ, ਜਿਸ ਵਕਤ ਬਿਆਬਾਨ ਚੋਂ ਗੁਜ਼ਰ ਰਹੇ ਹੋ, ਆਜ਼ਮਾਇਸ਼ਾਂ ਆ ਰਹੀਆਂ ਨੇ, ਇਮਤਿਹਾਨ ਆ ਰਿਹਾ ਹੈ, ਉਸ ਇਮਤਿਹਾਨ ਦੇ ਵਿੱਚ ਆਪਣੇ ਖੁਦਾ ਦਾ ਇੰਤਜ਼ਾਰ ਕਰੋ। ਹਾਲੇਲੂਇਆ। ਬਾਈਬਲ 'ਚ ਲਿਖਿਆ ਹੈ ਇੱਕ ਬਿਆਨ, ਯਾਕੂਬ ਦੇ ਖੱਤ ਲਿਖਿਆ ਹੈ ਪਹਿਲੇ ਬਾਬ ਦੀ ਦੂਸਰੀ ਆਇਤ 'ਚ ਲਿਖਿਆ ਹੈ ਕਿ ਜਦੋਂ ਵੀ ਤੁਸੀਂ ਤਰ੍ਹਾਂ ਤਰ੍ਹਾਂ ਦੀ ਅਜ਼ਮਾਇਸ਼ਾਂ 'ਚ ਪੜੋ, ਤੁਹਾਡੇ ਟੈਸਟ ਹੋ ਰਹੇ ਹੋਣ, ਇਹਨੂੰ ਇਹ ਜਾਣ ਕੇ ਬੜੀ ਖੁਸ਼ੀ ਦੀ ਗੱਲ ਸਮਝਣਾ ਕਿ ਤੁਹਾਡੇ ਈਮਾਨ ਦੀ ਅਜ਼ਮਾਇਸ਼ ਤੁਹਾਨੂੰ ਸਬਰ ਪੈਦਾ ਕਰਦੀ, ਔਰ ਸਬਰ ਨੂੰ ਆਪਣਾ ਪੂਰਾ ਕੰਮ ਕਰਨ ਦਿਓ, ਤਾਂ ਕਿ ਤੁਸੀਂ ਪੂਰੇ ਕਾਮਿਲ ਹੋ ਜਾਓ, ਤੁਹਾਡੇ 'ਚ ਕਿਸੇ ਚੀਜ਼ ਦੀ ਕਮੀ ਨਾ ਹੋਵੇ। ਵਾਹ ਵਾਹ ਵਾਹ। ਇਹਦੇ ਦੌਰਾਨੀ 'ਚ ਸਰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਕੁਝ ਕਮੀਆਂ ਜਿਹੜੀਆਂ ਨੇ ਨਾ ਉਹ ਪੂਰੀਆਂ ਹੋ ਰਹੀਆਂ ਹੁੰਦੀਆਂ ਨੇ। ਅੱਜ ਦਾ ਇਮਾਨਦਾਰ ਅਗਰ ਆਪਣੇ ਆਪ ਨੂੰ ਪੇਸ਼ ਕਰ ਦੇਵੇ ਤੇ ਫਿਰ ਬਹੁਤ ਜ਼ਰੂਰੀ ਇੱਕ ਆਇਤ ਮੈਨੂੰ ਹੋਰ ਯਾਦ ਆ ਗਈ ਹੈ, ਕਿਉਂਕਿ ਸਾਡਾ ਟਾਈਮ ਥੋੜਾ ਹੁੰਦਾ ਹੈ ਤੇ ਗੱਲਾਂ ਜ਼ਿਆਦਾ ਹੁੰਦੀਆਂ ਨੇ। ਯਿਸੂ ਮਸੀਹ ਨੇ ਕਿਹਾ, ਮੈਂ ਅੰਗੂਰ ਦਾ ਹਕੀਕੀ ਦਰਖਤ ਹਾਂ, ਮੇਰਾ ਬਾਪ ਬਾਗਬਾਨ ਹੈ, ਜਿਹੜੀ ਡਾਲੀ ਫਲ ਨਹੀਂ ਲਿਆਂਦੀ ਉਹਨੂੰ ਤੇ ਕੱਟ ਦਿੰਦਾ ਹੈ, ਤੇ ਜਿਹੜੀ ਡਾਲੀ ਫਲ ਲਿਆਂਦੀ ਏ ਉਹਨੂੰ ਛਾਂਟਦਾ ਹੈ। ਵਾਹ। ਤਾਂ ਕਿ ਜ਼ਿਆਦਾ ਫਲ ਲਾਏ। ਜ਼ਿਆਦਾ ਫਲ ਲੈ। ਹੁਣ ਜੇ ਤੇ ਅਸੀਂ ਫਲ ਲਿਆਣ ਡੇ ਆ ਤੇ ਫਿਰ ਵੀ ਸਾਡੀ ਛਾਂਟੀ ਹੋ ਰਹੀ ਏ, ਕੁਝ ਚੀਜ਼ਾਂ ਹੈ ਨਾ ਛਾਂਟਣ ਵਾਲੀਆਂ, ਕੁਝ ਨਿਕੰਮੀਆਂ ਸ਼ਾਖਾ ਨਿਕਲਦੀਆਂ ਰਹਿੰਦੀਆਂ। ਹਾਂਜੀ। ਅਗਰ ਉਹ ਛਾਂਟੀ ਹੋ ਰਹੀ ਏ, ਅਸੀਂ ਇਹਨੂੰ ਬੁਰਾ ਨਾ ਮਨਾਈਏ, ਬਲਕਿ ਗਿਰਜੇ ਜਾਈਏ ਛਾਂਟੀ ਕਰਵਾਉਣ ਵਾਸਤੇ। ਕੀ ਬਾਤ, ਕੀ ਬਾਤ। ਚੱਲ ਜਾ ਕੇ ਬਹਿ ਜਾਓ, ਕਹੋ ਖੁਦਾਵੰਦ ਉਹ ਚੀਜ਼ਾਂ ਛਾਂਟ ਦੇ ਜਿਹੜੀਆਂ ਤੈਨੂੰ ਪਸੰਦ ਨਹੀਂ। ਅਗਰ ਅਸੀਂ ਇਸ ਤਰੀਕੇ ਦੇ ਨਾਲ ਹੋ ਗਏ, ਕੁਝ ਚੀਜ਼ਾਂ ਸਾਡੀਆਂ ਛਾਂਟ ਕੱਤੀਆਂ, ਫਿਰ ਅਸੀਂ ਜ਼ਿਆਦਾ ਫਲ ਲਿਆਵਾਂਗੇ। ਪ੍ਰੇਜ਼ ਦ ਲਾਰਡ। ਅੱਜ ਦਾ ਬੰਦਾ ਛਾਂਟੀ ਨਹੀਂ ਕਰਾਉਣਾ ਚਾਹੁੰਦਾ, ਉਹ ਕਹਿੰਦਾ ਕਿ ਮੈਂ ਜਿਹੜਾ ਅੱਜ ਵਾਲੀਆਂ ਗੱਲਾਂ ਸਾਰੀਆਂ ਭਾਈ ਸਾਹਿਬ ਨੇ ਮੈਨੂੰ ਲਾਈਆਂ ਨੇ। ਭਾਈ ਸਾਹਿਬ ਨੇ ਕਲਾਮ ਸਾਰਾ ਸਾਡੀ ਫੈਮਿਲੀ ਦਾ ਜਾਣ ਬੁੱਝ ਕੇ ਜੀ ਸਾਨੂੰ ਲਾ ਕੇ ਗੱਲ ਸੁਣਾਈ। ਇਹ ਅਕਸਰ ਕਹਿਣ ਦੇ ਨੇ, ਮੈਂ ਸਾਦਾ ਬੰਦਾ, ਮੈਂ ਅਕਸਰ ਉਹੋ ਜਿਹੀਆਂ ਗੱਲਾਂ ਕਰਨਾ। ਤੁਸੀਂ ਨਮਕ ਦਾ ਥੈਲਾ ਖੋਲੋ, ਪੈਕਟ ਕੋ ਖੋਲੋ, ਉਹਨੂੰ ਆਪਣੇ ਹੱਥਾਂ ਦੇ ਨਾਲ ਇਸ ਤਰ੍ਹਾਂ ਕਰੋ, ਤੁਹਾਨੂੰ ਕੁਝ ਵੀ ਨਹੀਂ ਹੋਏਗਾ ਨਮਕ ਨੂੰ। ਲੇਕਿਨ ਅਗਰ ਤੁਹਾਡੇ ਹੱਥ ਤੇ ਕਿਤੇ ਛੋਟਾ ਜਿਹਾ ਪੱਛ ਲੱਗਾ ਹੈ ਤੇ ਫਿਰ ਨਮਕ ਨੂੰ ਦੱਸਣ ਦੀ ਲੋੜ ਨਹੀਂ ਵੀ ਫਲਾਣੇ ਥਾਂ ਲੱਗੀ। ਫਿਰ ਨਮਕ ਜਿਹੜਾ ਲੱਭ ਲਏਗਾ ਆਪਣੀ ਜਗ੍ਹਾ, ਜਿੱਥੇ ਵੀ ਕੱਟ ਹੋਇਆ ਉਹਨੇ ਫਿਰ ਜਨਾਬ ਉੱਥੇ ਜਾ ਕੇ ਲੱਗ ਜਾਣਾ ਹੈ। ਇਸ ਲਈ ਕਦੇ ਵੀ ਇਹ ਦਿਨ ਦੇ ਵਿੱਚ ਖਿਆਲ ਆਵੇ ਕਿ ਜੀ ਫਲਾਣਾ ਮੈਨੂੰ ਲਾਣ ਡਿਆ, ਫਲਾਣਾ ਲਾਣ ਲੱਗਾ ਸੀ, ਇਹ ਚੀਜ਼ ਵੀ ਦਿਨ ਦੇ ਵਿੱਚ ਸਾਨੂੰ ਰੱਖਣੀ ਹੈ ਕਿ ਖੁਦਾ ਦਾ ਕਲਾਮ ਦੋ-ਧਾਰੀ ਤੇਜ਼ ਤਲਵਾਰ ਦੀ ਮਾਨਤ ਹੈ। ਸੁਣਾਉਣ ਵਾਲਾ ਵੀ ਅੱਗੇ ਹੀ ਚੜਿਆ ਹੈ ਤੇ ਸੁਣਨ ਵਾਲੇ ਵੀ ਅੱਗੇ ਚੜੇ ਨੇ। ਹਕੀਕਤ ਹੈ। ਯਾਨੀ ਅਸੀਂ ਆਪਣੇ ਖੁਦਾ ਦੇ ਸਾਹਮਣੇ ਸਾਰੇ ਇਸ ਤਰ੍ਹਾਂ ਹੀ ਆ, ਜਦੋਂ ਵੀ ਆਈਏ ਸਾਡਾ ਖੁਦਾ ਸਾਨੂੰ ਤੋਲਦਾ ਹੈ। ਮੈਂ ਇਹਨੂੰ ਇੰਜ ਕਹਿਣਾ ਭਾਈ ਸਾਹਿਬ ਕਿ ਅਸੀਂ ਖੁਦਾਵੰਦ ਦੇ ਸਾਹਮਣੇ ਸਾਰੇ ਬਿਨੰਗੇ ਆ। ਹਾਂ ਜੀ ਜੀ। ਮੈਂ ਇਹਦੇ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਹੈ ਕਿ ਅਸੀਂ ਉਹਦੇ ਸਾਹਮਣੇ ਕਮਜ਼ੋਰ ਆ ਜੀ, ਕਮਜ਼ੋਰ ਆ, ਸਾਡੇ ਕੋਲ ਵੀ ਗਲਤੀਆਂ ਹੁੰਦੀਆਂ ਨੇ, ਲੇਕਿਨ ਅਸੀਂ ਆਪਣੇ ਖੁਦਾ ਨੂੰ ਇਹ ਕਹਿੰਦੇ ਆ
ਸਾਨੂੰ ਤੂੰ ਆਪਣੇ ਹੱਥ 'ਚ ਛੁਪਾ ਕੇ ਰੱਖ। ਹਾਂ। ਸਾਡੀਆਂ ਗੱਲਾਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਾਡੇ ਕੋਲ ਕਮਜ਼ੋਰੀਆਂ ਨੇ ਨਾ, ਹੋ ਜਾਂਦੀਆਂ ਸਾਡੇ ਅੱਛਾ, ਕੋਲ। ਮੇਰੇ ਕਹਿਣ ਦਾ ਮਕਸਦ ਹੈ ਵੇ ਕਿ ਅਸੀਂ ਖੁਦਾ ਨੂੰ ਝੂਠ ਨਹੀਂ ਮਾਰ ਸਕਦੇ ਕਿ ਖੁਦਾਵੰਦ ਮੈਂ ਇੰਦਾ ਨਹੀਂ ਹਾਂ, ਜਿੱਦਾਂ ਨਹੀਂ ਮੈਂ ਬਹੁਤ ਠੀਕ ਹਾਂ, ਖੁਦਾਵੰਦ ਤੈਨੂੰ ਗਲਤੀ ਲੱਗਣ ਗਲਤੀ ਤੇਰੇ ਕੋਲੋਂ ਹੀ ਕੋਈ ਹੋ ਗਈ ਹੈ, ਲੇਕਿਨ ਮੈਂ ਨਹੀਂ। ਮੈਂ ਅੱਜ ਦੇ ਦਿਨ ਬਹੁਤ ਇਹ ਗੱਲ ਨੂੰ ਅਹਿਮ ਸਮਝਦਾ ਵਾਂ ਕਿ ਅਸੀਂ ਆਪਣੇ ਦੌਰਾਨੇ ਬਿਆਬਾਨ ਆਪਣੇ ਵਕਤ ਨੂੰ ਪੂਰਾ ਕੱਟੀਏ, ਸਿੱਖੀਏ, ਤਜਰਬਾ ਲਈਏ। ਜਿਵੇਂ ਤੁਸੀਂ ਨੇ ਉਹ ਖੁਦਾ ਦੇ ਕਲਾਮ ਦੀ ਆਇਤ ਨੂੰ ਕੋਟ ਕੀਤਾ ਹੈ ਕਿ ਤਾਂ ਕਿ ਤੁਮ ਕਾਮਿਲ ਬਣ ਜਾਓ, ਤਾਂ ਕਿ ਤੁਹਾਡੇ ਅੰਦਰ ਉਹ ਕੋਈ ਵੀ ਦਾਗ ਦਬਾ ਨਾ ਰਹੇ ਜਿਹੜਾ ਤੁਹਾਡੀ ਮੁਸਬਤ ਗਵਾਹੀ ਨੂੰ ਮੰਫੀ ਬਣਾ ਦੇਵੇ। ਤਾਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਅੱਜ ਸਾਡੇ ਭੈਣ ਭਰਾ ਵੀ ਜਿਹੜੇ ਸਾਨੂੰ ਵੇਖ ਰਹੇ ਨੇ ਇਸ ਗੱਲ ਨੂੰ ਯਕੀਨੀ ਬਣਾਓ ਕਿ ਅਗਰਚੇ ਅੱਜ ਬਿਆਬਾਨ ਵਿੱਚ ਹੋ ਤੇ ਇਹਨੂੰ ਗਨੀਮਤ ਜਾਣੋ, ਇਹਨੂੰ ਜਾਣੋ ਕਿ ਇੰਪੋਰਟੈਂਟ ਹੈ ਔਰ ਖੁਦਾਵੰਦ ਤੁਹਾਨੂੰ ਇਹਦੇ ਵਿੱਚੋਂ ਕੱਢ ਕੇ ਬਿਹਤਰ ਬਣਾਉਣਾ ਚਾਹੁੰਦਾ ਹੈ, ਤੁਹਾਨੂੰ ਸਿਖਾਉਣਾ ਚਾਹੁੰਦਾ ਹੈ ਔਰ ਤੁਹਾਨੂੰ ਬਿਹਤਰ ਹੀ ਨਹੀਂ ਸਿਰਫ ਲੇਕਿਨ ਖੁਦਾ ਦੇ ਕਲਾਮ 'ਚ ਜਿਵੇਂ ਸਾਡੇ ਬਜ਼ੁਰਗ ਨੇ ਇਸ ਆਇਤ ਨੂੰ ਕਿਹਾ ਹੈ ਕਿ ਉਹ ਸਾਨੂੰ ਕਾਮਿਲ ਬਣਾਉਣਾ ਚਾਹੁੰਦਾ ਹੈ। ਬਿਹਤਰ ਹੋਣਾ ਤਾਂ ਇੱਕ ਗੱਲ ਹੈ, ਉਹ ਸਾਨੂੰ ਕਾਮਿਲ ਬਣਾਉਣਾ ਚਾਹੁੰਦਾ ਹੈ ਕਿ ਅਸੀਂ ਮਸੀਹ ਖੁਦਾਵੰਦ ਦੀ ਸੂਰਤ ਔਰ ਉਹਦੀ ਸ਼ਬੀਹ 'ਤੇ ਰੋਜ਼ ਬਰੋਜ਼ ਟਲਦੇ ਜਾਈਏ। ਅੱਜ ਦੇ ਪ੍ਰੋਗਰਾਮ 'ਚ ਮੈਂ ਜ਼ਰੂਰ ਇਸ ਗੱਲ ਨੂੰ ਆਖਿਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਵਾਂ ਕਿ ਖੁਦਾਵੰਦ ਨੂੰ ਆਪਣਾ ਕੰਮ ਕਰਨ ਦਿਓ। ਜੋ ਉਹ ਤੁਹਾਡੀ ਜ਼ਿੰਦਗੀ 'ਚ ਕਰ ਰਿਹਾ ਹੈ, ਉਹਦੇ ਮਨਸੂਬੇ, ਉਹਦੇ ਵਾਅਦੇ, ਉਹਦੀ ਜ਼ਾਤ, ਉਹਦਾ ਕਲਾਮ, ਉਹਦਾ ਸਭ ਕੁਝ ਤੁਹਾਡੇ ਲਈ ਹੈ। ਲੇਕਿਨ ਸਿਰਫ ਗੱਲ ਕੀ ਹੈ ਕਿ ਖੁਦਾਵੰਦ ਨੂੰ ਉਹਦਾ ਕੰਮ ਕਰਨ ਦਿਓ। ਬਿਆਬਾਨ 'ਚੋਂ ਖੁਸ਼ਹਾਲ ਜ਼ਰਖੇਜ਼ ਜ਼ਮੀਨ ਦੇ ਉੱਤੇ ਹੋ, ਪੌਦਿਆਂ ਦੇ ਅੰਦਰ ਹੋ ਜਾਂ ਭਾਵੇਂ ਰੇਗਿਸਤਾਨਾਂ ਦਾ ਸਫ਼ਰ ਕਰ ਰਹੇ ਹੋ, ਜਿੱਥੇ ਕਿਤੇ ਹੋ, ਖੁਦਾਵੰਦ ਨੂੰ ਆਪਣਾ ਕੰਮ ਪੂਰਾ ਕਰਨ ਦਿਓ ਤਾਂ ਕਿ ਆਖਰੀ ਦਿਨ ਤੁਸੀਂ ਨਾ ਨਜ਼ਰ ਆਓ ਬਲਕਿ ਖੁਦਾਵੰਦ ਯਿਸੂ ਮਸੀਹ ਤੁਹਾਡੇ ਅੰਦਰੋਂ ਨਜ਼ਰ ਆਏ ਔਰ ਲੋਕੀ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਕਹਿਣ ਕਿ ਇਹਦਾ ਖੁਦਾ ਮੁਬਾਰਕ ਖੁਦਾ ਹੈ। ਸੋ ਖੁਦਾਵੰਦ ਤੁਹਾਨੂੰ ਸਭ ਨੂੰ ਬੜੀ ਬਰਕਤ ਦੇ। ਆਪਣਾ ਬਹੁਤ ਖਿਆਲ ਰੱਖੋ। ਅਸੀਂ ਤੁਹਾਡੇ ਲਈ ਦੁਆ ਗੋ ਹਾਂ। ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣੀ ਦੁਆਈਆਂ ਦਰਖਾਸਤਾਂ WhatsApp ਦੇ ਜ਼ਰੀਆ ਮੈਸੇਜ ਕਰ ਸਕਦੇ ਹੋ, ਮੈਨੂੰ ਦੱਸ ਸਕਦੇ ਹੋ ਔਰ ਅਸੀਂ ਮਿਲ ਕੇ ਕੋਈ ਗੱਲਾਂ ਬਾਤਾਂ ਕਰ ਸਕਦੇ ਹਾਂ। ਖੁਦਾਵੰਦ ਤੁਹਾਡੇ ਸਭ ਦੇ ਨਾਲ ਰਹੇ, ਤੁਹਾਡੇ ਘਰਾਨਿਆਂ ਦੇ ਨਾਲ ਰਹੇ, ਤੁਹਾਡੇ ਘਰ ਵਾਲਿਆਂ ਦੇ ਨਾਲ ਰਹੇ। ਆਪਣਾ ਬਹੁਤ ਖਿਆਲ ਰੱਖੋ। ਪਾਕਿਸਤਾਨ ਲਈ ਦੁਆਵਾਂ ਕਰਦੇ ਰਹੋ ਔਰ ਅਸੀਂ ਯਕੀਨਨ ਖੁਦਾਵੰਦ ਦੇ ਵਧੀਆ ਹੱਥ ਨੂੰ ਆਪਣੇ ਜ਼ਿੰਦਗੀ ਔਰ ਖਾਨਦਾਨ 'ਚ ਵੇਖਾਂਗੇ। ਗੋਡ ਬਲੈਸ ਯੂ। ਗੋਡ ਬਲੈਸ ਪਾਕਿਸਤਾਨ।